हाज़र हाँ दोस्तों, पंजाबी बुलेटिन का प्रोग्राम इंज भी पढ़िया जा सकता है। ਸਾਹਿਤ आर्ट बारे गल्लां करते हैं। पिछले 2 हफ्ते मिस कर गए। बॉर्डर ते सां दिल्ली, टिकरी, ਸਿੰਘੂ सारे तुसी जानते हो कि इस तरीके का संघर्ष चल रहा है। पत्रकारी के सिलसिले कुछ अपने प्रोग्राम, कुछ अपने सरोकार करके भी मैं और बड़े सीनियर जर्नलिस्ट तुसी सारे उन्होंने फेस तो जानू नाम तो रमन कुमार होरी कुछ फुला फराली करके आए सी। उत्थे देख के आए सी कि किवें हुक्का प्रधान बनया होया है, सिर च अग है, थले ठंड है, हिरदे च ठंड है। किवें किसान उत्थे जोश ते होश और शांति किवें कल नूं 26 जनवरी ट्रैक्टर परेड करनगे, वो सारा कुछ दे करके ये प्रोग्राम 2 हफ्ते असी नहीं दे सके। पर फिर रेगूलर करांगे, गल्लां करया करांगे ਸਾਹਿਤ दियां। मेरे कोल जनवरी महीना है क्योंकि साडे आर्टिस्ट गुरदीश पन्नू होरी मेरे ख्याल दे नाल असीं इस प्रोग्राम की जो शुरुआत की सी बिस्मिल्ला जिहनूं कवांगे, ਉਹ ਗੁਰਦੀਸ਼ ਪੰਨੂ ਹੋਰਾਂ ਦੇ ਜਿਹੜੇ ਟੇਬਲ ਕੈਲੰਡਰ ਤੋਂ ਹੀ ਕੀਤੀ ਸੀ, ਜਿਹੜਾ ਇੱਕ ਆਰਟ ਨੂੰ ਸਮਰਪਿਤ, ਜਿਹਦੇ ਵਿੱਚ ਔਰਤਾਂ ਦੇ ਚਿਹਰੇ ਤੇ ਕੁਝ ਦਿਖਾਏ ਗਏ ਸੀਗੇ, ਜਿਹਨੂੰ ਲੈ ਕੇ ਮੇਰੇ ਖਿਆਲ ਦੇ ਨਾਲ ਮੈਂ ਮਛੁਆਰਨ ਕਵਿਤਾ ਵੀ ਪੜ੍ਹੀ ਸੀ। ਕੰਸਰਨ ਦੀ ਗੱਲ ਕੀਤੀ ਸੀ ਕਿ ਉਹਨਾਂ ਚਿਹਰਿਆਂ 'ਚ ਮੈਨੂੰ ਮਜ਼ਦੂਰ ਔਰਤ ਦਾ ਚਿਹਰਾ ਨਹੀਂ ਦਿਖਿਆ, ਪਰੰਤੂ ਉਹਨਾਂ ਦੇ ਆਰਟ ਨੂੰ ਜਿਹੜਾ ਹੈ ਅਸੀਂ ਮੁਹੱਬਤ ਕਰਦੇ ਹਾਂ। ਇਸ ਵਾਰ ਫਿਰ ਜਨਵਰੀ 2021 ਚ ਹੀ ਉਹਨਾਂ ਦਾ ਸਟਾਰਟਿੰਗ ਦੇ ਵਿੱਚ ਹੀ ਕੈਲੰਡਰ ਜਿਹੜਾ ਸੀ ਆ ਗਿਆ। ਮੈਂ ਹੈਰਾਨ, ਇੰਨੇ ਤਾਜ਼ਾ ਫਰੈਸ਼ ਪੱਤੇ, ਫਲਾਵਰ ਜਾਂ ਇਸ ਅੰਦਾਜ਼ ਦੀਆਂ ਡਰਾਇੰਗਸ ਨੇ। ਇਸ ਤੁਸੀਂ ਆ ਦੇਖ ਸਕਦੇ ਆ, ਸਾਰਾ ਖਿੜੇ ਹੋਏ ਨੇ ਐਨ, ਔਰ ਵਿੱਚ ਸ਼ੇਡਸ, ਥਿਕਨੈਸ ਜਿਹੜੀ ਹੈ, ਕਲਰ ਦੀ ਥਿਕਨੈਸ, ਤੁਸੀਂ ਐਰੋਟਿਕ ਜੇ ਫੀਲਿੰਗ ਨਹੀਂ ਹੈ ਤੁਹਾਡੀ ਉਹਦੇ ਵਿੱਚ, ਤਾਂ ਕਿਤੇ ਨਾ ਕਿਤੇ ਮੈਨੂੰ ਲੱਗਦਾ ਹੁੰਦਾ ਆਰਟ ਦੇ ਵਿੱਚੋਂ ਕੁਝ ਰਹਿ ਗਿਆ। ਅਸੀਂ ਘੋੜੇਵਾ ਰਾਜਪੂਤਾਂ ਦੇ ਆ ਕੀਤਾ ਹੋਇਆ ਕੰਮ ਦੀ ਗੱਲ ਕਰਦੇ ਸੀਗੇ 180 ਦੇ ਵਿੱਚ, ਕਿਸ ਤਰੀਕੇ ਉਹਨਾਂ ਨੇ ਸੈਂਡ ਸਟੋਨ ਦੇ ਉੱਤੇ ਕੰਮ ਕੀਤਾ ਹੋਇਆ ਹੈ, ਪੱਥਰਾਂ ਦੇ ਉੱਤੇ ਢੋਲਵਾ ਜਨੌੜੀ ਦੇ ਗੱਲਾਂ ਵੀ ਕੀਤੀਆਂ ਸੀ, ਆਰਟ ਦੀਆਂ ਗੱਲਾਂ। ਇਹ ਗੁਰਦੀਸ਼ ਹੋਰਾਂ ਨੇ ਇੰਨੇ ਜ਼ਿਆਦਾ ਮੁਹੱਬਤ ਦੇ ਨਾਲ 12 ਮਹੀਨੇ ਤੇ 12 ਹੀ ਪੇਂਟਿੰਗਸ ਜਿਹੜੀਆਂ ਨੇ, ਫਲਾਵਰਸ, ਹਵਾ ਸਰਸਰਾ ਰਹੀ ਹੈ, ਤੁਹਾਨੂੰ ਹਵਾ ਮਹਿਸੂਸ ਹੋਏਗੀ ਇਹਦੇ ਵਿੱਚ। ਅੱਜ ਅਜੇ ਤਨਵੀਰ ਸਾਡਾ ਪੋਇਟ ਹੈ, ਗਜ਼ਲ ਗੋ ਹੈ ਦੋਸਤ, ਉਹਦੇ ਸ਼ੇਰ 'ਚ ਆਇਆ ਕਿ ਮੈਂ ਹਵਾ ਦੇਖਦਾ ਹਾਂ। ਤਾਂ ਕਿਸੇ ਨੇ ਉਹਨਾਂ ਨੂੰ ਫੋਨ ਕੀਤਾ ਕਿ ਹਵਾ ਤਾਂ ਮਹਿਸੂਸ ਹੁੰਦੀ ਆ, ਉਹ ਕਹਿੰਦਾ ਤੇਰੇ ਤੇ ਮੇਰੇ 'ਚ ਫਰਕ ਇੰਨਾ ਹੀ ਆ ਕਿ ਤੂੰ ਮਹਿਸੂਸ ਨਾ, ਮੈਂ ਦੇਖ ਲੈਂਦਾ ਹਵਾ ਨੂੰ। ਸੋ ਤੁਸੀਂ ਇਸ ਹਵਾ ਨੂੰ ਦੀ ਸਰਸਰਾਹਟ ਨੂੰ ਗੁਰਦੀਸ਼ ਦੀਆਂ ਇਹਨਾਂ ਪੇਂਟਿੰਗਸ ਦੇ ਵਿੱਚੋਂ, ਧੁੱਪ ਦੀ ਕਾਤਰ ਨੂੰ, ਲਾਈਟ ਐਂਡ ਸ਼ੇਡਸ ਨੂੰ ਮੈਂ ਜੇ ਦੇਖਦਾ ਹਾਂ, ਕਲਰ ਦੀ ਰੱਖ ਰਖਾਓ ਨੂੰ ਜੇ ਮੈਂ ਦੇਖ ਰਿਹਾ ਹਾਂ, ਤਾਂ ਕਿਵੇਂ ਤੁਸੀਂ ਦੇਖੋ ਨੀਲੇ ਨਗਾਹ ਫੁੱਲ ਨੇ ਤੇ ਵਿੱਚ ਯੈਲੋ ਔਰ ਗ੍ਰੀਨ ਦਾ ਟੱਚ ਜਿਹੜਾ ਹੈ, ਜਾਂ ਖਾਸ ਕਰਕੇ ਜਿਹੜਾ ਜਾਮਣੀ ਰੰਗ ਦਾ ਇਸਤੇਮਾਲ ਹੈ, ਕਿਤੇ ਕਿਤੇ ਗੇਰੂਏ ਕੇਸਰੀ ਰੰਗ ਦਾ ਵੀ ਹੈ, ਬਹੁਤਾ ਵਾਈਟ ਤੇ ਫਿੱਕੇ ਨੀਲੇ ਦੇ ਵਿੱਚ ਇਹਨਾਂ ਨੇ ਇਹ ਕਾਰਜ ਕੀਤੇ ਹੋਏ ਨੇ। ਵਧਾਈ ਦੇ ਹੱਕਦਾਰ ਨੇ, ਹਰ ਵਾਰ ਕੈਲੰਡਰ ਕੱਢਦੇ ਨੇ ਕਈ ਵਾਰਿਆਂ ਤੋਂ। ਗੁਰਦੀਸ਼ ਹੋਣੀ ਸਾਨੂੰ ਇਸ ਤਰੀਕੇ ਜਿਹੜਾ ਆਰਟ ਹੈ ਉਹ ਦੇ ਜਾਂਦੇ ਨੇ। ਸੋ ਮੇਰਾ ਮਨ ਸੀ ਕਿ ਤੁਹਾਡੇ ਨਾਲ ਸਾਂਝਾ ਕਰਾਂ ਕਿ ਜਿਹੜਾ ਸਾਡੇ ਆਰਟਿਸਟ ਨੇ ਪੰਜਾਬ ਦੇ ਵਿੱਚ, ਸਾਨੂੰ ਕਈ ਵਾਰੀ ਲੱਗਦਾ ਆ, ਸਾਡੇ ਗੁਰਪ੍ਰੀਤ ਹੋਰੀ ਬਠਿੰਡੇ ਤੋਂ ਪੋਲੀਟੀਕਲ ਆਰਟਿਸਟ ਮੈਂ ਉਹਨੂੰ ਮੰਨਦਾ, ਕਹਿਣਾ ਆ, ਬਹੁਤ ਜ਼ਿਆਦਾ ਬਾਰੀਕ ਕੰਮ ਕਰਦੇ ਨੇ, ਰੀਅਲਿਸਟਿਕ ਪੇਂਟਿੰਗ ਦਾ ਕੰਮ ਕਰਦੇ ਨੇ, ਪਰੰਤੂ ਉਹ ਬਹੁਤ ਤਿੱਖੇ ਪੋਲੀਟੀਕਲ ਪੋਸਟਰਾਂ ਕਰਕੇ ਹੀ ਪ੍ਰਸਿੱਧ ਹੋਇਆ। ਖਾਸ ਕਰਕੇ ਕਿਸਾਨੀ ਸੰਘਰਸ਼ ਦੇ ਵਿੱਚ ਤਾਂ ਕੱਲ੍ਹ ਉਹਨਾਂ ਨੇ ਇੱਕ ਬੀਬੀ ਉਹਨਾਂ ਦੀਆਂ ਪੇਂਟਿੰਗ ਦੇਖ ਕੇ ਉਹਨਾਂ ਨੂੰ ਮਿਲਣ ਗਈ ਅਤੇ ਉਹਦੇ ਵੀ ਅੱਥਰੂ ਨਿਕਲੇ ਅਤੇ ਬੀਬੀ ਦੇ ਵੀ। ਗੁਰਪ੍ਰੀਤ ਹੋ ਰਹੀ ਬਠਿੰਡਾ ਤੋਂ ਆਰਟਿਸਟ ਨੇ। ਸੋ ਇਹ ਇਹਨਾਂ ਦਾ ਇੱਕ ਕੰਟਰੀਬਿਊਸ਼ਨ ਜਿਹੜੀ ਹੈ ਸਾਹਿਤ ਨੂੰ, ਕਲਾ ਨੂੰ,
ਜਿਹੜੇ ਜਿਹੜੇ ਲੱਗੇ ਹੋਏ ਨੇ ਮੇਰਾ ਮਨ ਕਰਦਾ ਹੁੰਦਾ ਕਿ ਇਹਨਾਂ ਨੂੰ ਸਲੂਟ ਕਿਹਾ ਜਾਵੇ। ਸੋ ਗੁਰਦੀਸ਼ ਪੰਨੂ ਹੋਰੀ ਵਧਾਈ ਦੇ ਹੱਕਦਾਰ ਨੇ ਨਵੇਂ ਕੈਲੰਡਰ ਵਾਸਤੇ। ਦੋਸਤੋ ਇੱਕ ਹੋਰ ਬਹੁਤ ਵੱਡਾ ਕਾਰਜ ਹੋਇਆ ਹੈ ਜਿਹਦੀ ਪੂਰੀ ਘਾਟ ਮਹਿਸੂਸ ਹੁੰਦੀ ਸੀਗੀ ਸਾਨੂੰ ਪੰਜਾਬੀ ਸਾਹਿਤ ਦੇ ਵਿੱਚ। ਸਾਡੇ ਕੋਲ ਮੈਗਜ਼ੀਨ ਬਹੁਤ ਨੇ, ਮੈਗਜ਼ੀਨ ਨਿਕਲਦੇ ਨੇ, ਰੈਗੂਲਰ ਮੈਗਜ਼ੀਨ ਨਿਕਲਦੇ ਨੇ, ਮਿਹਨਤ ਕਰਦੇ ਨੇ ਸੰਪਾਦਕ, ਪਰੰਤੂ ਸਾਨੂੰ ਘਾਟ ਜਿਹੜੀ ਰੜਕਦੀ ਰਹਿੰਦੀ ਸੀ ਕਿ ਭਾਈ ਸਾਡੇ ਕੋਲ ਜਿਹੜਾ ਕੰਟੈਂਪਰੇਰੀ ਪੀਰੀਅਡ ਦਾ ਵਿਸ਼ਵ ਦਾ ਸਾਹਿਤ ਹੈ, ਵਿਸ਼ਵ ਦਾ ਚਿੰਤਨ ਹੈ, ਵਿਸ਼ਵ ਦਾ ਮੰਥਨ ਹੈ, ਉਹ ਸਾਨੂੰ ਕਿਤੇ ਨਾ ਕਿਤੇ ਘਾਟ ਮਹਿਸੂਸ ਹੁੰਦੀ ਸੀ ਕਿ ਭਾਈ ਉਹ ਸਾਡੇ ਤੱਕ ਟਰਾਂਸਲੇਟ ਹੋ ਕੇ ਨਹੀਂ ਆ ਰਿਹਾ ਤੇ ਅਸੀਂ ਕਈ ਥਾਵਾਂ ਤੋਂ ਆਪਣੇ ਆਪ ਨੂੰ ਵਿਰਵੇ ਮਹਿਸੂਸ ਕਰਦੇ ਸੀਗੇ। ਉਸ ਘਾਟ ਨੂੰ ਪ੍ਰੀ ਪੋਇਟਿਕ ਨਾਂ ਦੇ ਮੈਗਜ਼ੀਨ ਨੇ, ਲਗਭਗ 204 ਪੰਨਿਆਂ ਦਾ ਮੈਗਜ਼ੀਨ ਹੈ ਪ੍ਰੀ ਪੋਇਟਿਕ, ਤੁਸੀਂ ਇਹਦੇ ਦਰਸ਼ਨ ਕਰ ਸਕਦੇ ਹੋ ਅਸਥੈਟਿਕਲੀ। ਸੰਦੀਪ ਸਿੰਘ ਨੇ ਆਰਟਿਸਟ ਜਿਨ੍ਹਾਂ ਨੇ ਇਹਦੀ ਸੈਟਿੰਗ ਵਗੈਰਾ ਕੀਤੀ ਹੈ, ਔਰ ਸੰਪਾਦਕ ਸ਼ਿਵਦੀਪ ਨੇ, ਔਰ ਤਨਵੀਰ ਸਾਡਾ ਮਿੱਤਰ ਉਹਨਾਂ ਦੇ ਨਾਲ ਹੈ ਐਡੀਟਰ ਦੇ ਤੌਰ ਦੇ ਉੱਤੇ, ਤਨਵੀਰ ਮਾਨਸਾ ਵਾਲਾ ਪੋਇਟ। ਤੇ ਸ਼ਿਵਦੀਪ ਪਿਛਲੇ 4-5 ਸਾਲ ਤੋਂ ਸਾਡੇ ਜਲੰਧਰ ਹੀ ਰਹਿ ਰਹੇ ਨੇ, ਮੈਨੂੰ ਪਹਿਲਾਂ ਨਹੀਂ ਸੀ ਪਤਾ, ਮੈਂ ਕਿਤੇ ਹੋਰ ਸਮਝਦਾ ਸੀ। ਨਾਲ ਜਿਹੜੇ ਫਾਊਂਡਿੰਗ ਮੈਂਬਰ ਤੇ ਐਡਵਾਈਜ਼ਰ ਨੇ ਸਾਡੇ ਬਹੁਤ ਹੀ ਸੀਨੀਅਰ ਰਾਈਟਰ, ਥਿੰਕਰ, ਟਰਾਂਸਲੇਟਰ, ਕਵਿਤਾ ਨੂੰ ਮੁਹੱਬਤ ਕਰਨ ਵਾਲੇ, ਵਿਸ਼ਵ ਦੀ ਕਵਿਤਾ ਨਾਲ ਸਾਡਾ ਪਹਿਲਾਂ ਵਾਹ ਵਾਸਤਾ ਪਾਉਣ ਵਾਲੇ ਅਜਮੇਰ ਰੋਡੇ ਹੋਰੀ ਉਹਨਾਂ ਦੇ ਉਹ ਐਡਵਾਈਜ਼ਰ ਨੇ, ਸਲਾਹਕਾਰ ਨੇ। ਮਿੱਤਰਾਂ ਨੇ ਵਧੀਆ ਗੱਲ ਇਹਦੇ ਵਿੱਚ ਇਹ ਕੀਤੀ ਹੈ ਕਿ 7 ਕਵੀ ਜਿਹੜੇ ਨੇ ਉਹ ਵਿਸ਼ਵ ਪੱਧਰ ਦੇ, ਜਿਨ੍ਹਾਂ ਦੇ ਵਿੱਚੋਂ ਬਹੁਤ ਸਾਰੇ ਨੋਬਲ ਪ੍ਰਾਈਜ਼ ਵਿਨਰ ਸਾਡੀ ਲੂਇਸ ਗਲੁੱਕ ਹੋਰੀ ਨੇ, ਫਰਨਾਂਡੋ ਪੇਸੋਆ ਹੋਰੀ ਨੇ, ਤੇ ਪੰਜਾਬੀ ਕਵਿਤਾ ਦੇ ਵਿੱਚ ਉਹਨਾਂ ਨੇ ਪੂਰਨ ਸਿੰਘ, ਸਾਡੇ ਬਾਬੇ ਜਿਹੜੇ ਪ੍ਰੋਫੈਸਰ ਪੂਰਨ ਸਿੰਘ ਲਿਆ ਹੋਇਆ, ਜੋਸ਼ਨਾ ਬੈਨਰਜੀ ਆਡਵਾਨੀ ਹੋਰਾਂ ਨੂੰ ਲਿਆ ਹੈ ਉਹਨਾਂ ਨੇ, ਇਮਾਨ ਮਰਸਲ ਹੋਰਾਂ ਨੂੰ ਲਿਆ ਹੈ, ਰੁਸਤਮ ਹੋਰਾਂ ਨੂੰ ਲਿਆ ਹੈ, ਏਦੂ ਆਰਦੋ ਗਾਲਿਆਨੋ ਨੂੰ ਲਿਆ ਹੈ। ਸੋ 7 ਕਵੀ, 7 ਕਵਿਤਾਵਾਂ, 7 ਸਵਾਲ, ਔਰ ਇੰਨੀ ਮਿਹਨਤ ਅਨੁਵਾਦ ਦੇ ਉੱਤੇ, ਇੰਨੀ ਮਿਹਨਤ, ਔਰ ਡਾਇਰੈਕਟ ਇੰਟਰਵਿਊਜ਼, ਜਿਹੜੇ ਲੋਕ ਜ਼ਿੰਦਾ ਨੇ ਡਾਇਰੈਕਟ ਇੰਟਰਵਿਊਜ਼ ਉਹਨਾਂ ਦੇ ਨਾਲ ਕੀਤੀਆਂ ਹੋਈਆਂ, ਸਵਾਲ ਉਹਨਾਂ ਨੂੰ ਪੁੱਛੇ ਹੋਏ, ਸਿੱਧੇ ਕਿਤੇ ਟਰਾਂਸਲੇਸ਼ਨ ਨਹੀਂ। ਕਈ ਕਵਿਤਾਵਾਂ ਤਾਂ ਉਹ ਨੇ ਜਿਹੜੀਆਂ ਜੇ ਅੰਗਰੇਜ਼ੀ 'ਚ ਟਰਾਂਸਲੇਟ ਹੋ ਕੇ ਛਪਣੀਆਂ ਨੇ, ਪੰਜਾਬੀ 'ਚ ਪਹਿਲਾਂ ਆ ਗਈਆਂ ਨੇ। ਸੋ ਉਹਨਾਂ ਦੇ ਪਹਿਲੇ ਇਸ ਉਦਮ ਨੇ, ਐਸਾ ਉਦਮ ਸ਼ਿਵਦੀਪ ਔਰ ਤਨਵੀਰ ਦਾ, ਐਸਾ ਉਦਮ ਔਰ ਸਲਾਹਕਾਰ ਦੇ ਤੌਰ ਦੇ ਉੱਤੇ ਮੈਨੂੰ ਪਤਾ ਹੈ ਗੁਰਪ੍ਰੀਤ ਵੀ ਮਾਨਸਾ ਵਾਲੇ ਉਹਨਾਂ ਦੇ ਨਾਲ ਹੀ ਨੇ, ਅਜਮੇਰ ਰੋਡੇ ਹੋਰੀ ਤਾਂ ਉਹਨਾਂ ਨੇ ਮੋਹਰ ਲਾਈ ਹੋਈ ਹੈ, ਲਿਖਿਆ ਹੋਇਆ ਹੈ। ਸੋ ਇਹਦੇ ਇਸ ਜਿਹੜਾ ਪਹਿਲਾ ਅੰਕ ਹੈ, ਪ੍ਰਵੇਸ਼ ਅੰਕ ਹੈ, ਉਹ ਇੰਨਾ ਭਰਮਾ, ਔਰ ਕਵਿਤਾ ਦੀ ਸੁਤੰਤਰ ਥਾਂ ਦੇ ਤੇ ਨਾਂ ਤੇ ਸੰਪਾਦਕੀ ਲਿਖਦੇ ਹਾਂ ਸ਼ਿਵਦੀਪ ਹੋਰਾਂ ਨੇ ਆਪਣਾ ਮਨਸ਼ਾ ਜ਼ਾਹਰ ਕੀਤਾ ਹੈ ਕਿ ਭਾਈ ਅਸੀਂ ਇਸ ਤਰੀਕੇ ਦੇ ਹੀ ਪੋਇਟ ਜਿਹੜੇ ਨੇ ਉਹ ਪੰਜਾਬੀ ਨੂੰ ਦਿਆ ਕਰਾਂਗੇ। ਅੱਗੇ ਤੋਂ ਵੀ ਇਹਦੇ 'ਚ ਬਹੁਤ ਸਾਰੇ ਸੁਧਾਰਾਂ ਦੀਆਂ ਗੱਲਾਂ ਉਹਨਾਂ ਨੇ ਕੀਤੀਆਂ ਨੇ। ਮੈਂ ਇੱਕ ਵਿਧੀਵੱਧ ਤਰੀਕੇ ਦੀ ਥਾਂ, ਗੱਲ ਕਰਨ ਦੀ ਥਾਂ ਨਾ ਵਿੱਚੋਂ ਕੋਈ ਕਵਿਤਾ ਪੜ੍ਹ ਦਿੰਦੇ ਹਾਂ, ਕਿਸੇ ਦਾ ਥੋਟ ਪੜ੍ਹ ਦਿੰਦੇ ਹਾਂ, ਜਿਹੜਾ ਹੈ ਤਾਂ ਤੁਹਾਨੂੰ, ਤਾਂ ਕਿ ਤੁਹਾਨੂੰ ਜਿਹੜਾ ਹੈ ਇੱਕ ਮਹਿਕ ਜਿਹੜੀ ਹੈ ਇਹਦੇ ਵਿੱਚੋਂ ਆ ਰਹੀ ਵੱਖ-ਵੱਖ ਲੋਕਾਂ ਦੀ, ਲੂਇਸ ਗਲੁੱਕ ਦੀ ਜੇ ਮਹਿਕ ਦੀ ਗੱਲ ਕਰਦਾ ਤਾਂ ਮੈਂ ਉਹਦੀ ਇੱਕ ਕਵਿਤਾ ਪੜ੍ਹ ਦੇਣਾ ਤੁਹਾਨੂੰ। ਚੌਰਾਹੇ ਕਵਿਤਾ ਹੈ ਉਹਨਾਂ ਦੀ, ਨੋਬਲ ਪ੍ਰਾਈਜ਼ ਪਿਛਲੇ ਸਾਲ ਉਹਨਾਂ ਨੂੰ। ਮੇਰੀ ਦੇਹ ਹੁਣ ਬਹੁਤ ਛੇਤੀ ਅਸੀਂ ਇਕੱਠੇ ਸਫ਼ਰ ਨਹੀਂ ਕਰ ਸਕਾਂਗੇ। ਮੇਰੀ ਦੇਹ ਹੁਣ ਬਹੁਤ ਛੇਤੀ ਅਸੀਂ ਇਕੱਠੇ ਸਫ਼ਰ ਨਹੀਂ ਕਰ ਸਕਾਂਗੇ, ਤਾਂ ਮੈਨੂੰ ਤੇਰੇ ਪ੍ਰਤੀ ਨਵੀਂ ਕੋਮਲਤਾ ਮਹਿਸੂਸ ਹੋਣ ਲੱਗੀ ਹੈ, ਬਿਲਕੁਲ ਕੱਚੀ ਤੇ ਅਣਜਾਣ, ਜਿਵੇਂ ਮੇਰੇ ਕੋਲ ਜਵਾਨੀ ਵੇਲੇ ਦੇ ਪਿਆਰ ਦੀ ਯਾਦ ਹੈ। ਪਿਆਰ ਜੋ ਆਪਣੇ ਉਦੇਸ਼ਾਂ 'ਚ ਹਮੇਸ਼ਾ ਮੂਰਖ ਰਿਹਾ, ਪਰ ਆਪਣੀ ਪਸੰਦ ਅਤੇ ਗਹਿਰਾਈ ਵਿੱਚ ਕਦੇ ਨਹੀਂ। ਸ਼ੁਰੂਆਤ ਵਿੱਚ ਹੀ ਵਾਧੂ ਮੰਗਾਂ
ਜਿਨ੍ਹਾਂ ਦੀ ਪੂਰਤੀ ਲਈ ਕੋਈ ਵਾਅਦਾ ਨਹੀਂ ਕੀਤਾ ਜਾ ਸਕਦਾ। ਮੇਰੀ ਆਤਮਾ ਬਹੁਤ ਡਰਾਉਣੀ ਅਤੇ ਹਿੰਸਕ ਬਣੀ ਰਹੀ। ਤੂੰ ਇਸ ਦੀ ਕਰੂਰਤਾ ਨੂੰ ਮਾਫ ਕਰੀ, ਕਿਉਂਕਿ ਇਹ ਆਤਮਾ ਹੀ ਸੀ ਜਿਸ ਕਰਕੇ ਮੇਰਾ ਹੱਥ ਤੇਰੇ ਉੱਪਰ ਬੜੀ ਸਾਵਧਾਨੀ ਨਾਲ ਚੱਲਦਾ। ਤੈਨੂੰ ਮੈਂ ਦੁੱਖ ਤਾਂ ਨਹੀਂ ਦੇਣਾ ਚਾਹੁੰਦੀ, ਪਰ ਉਤਸੁਕ ਹਾਂ ਆਖਰਕਾਰ ਪਦਾਰਥ ਦੇ ਰੂਪ ਵਿੱਚ ਅਭਿਵਿਅਕਤੀ ਗ੍ਰਹਿਣ ਕਰਨ ਲਈ। ਆਹ ਧਰਤੀ ਨਹੀਂ ਜਿਸ ਨੂੰ ਮੈਂ ਚੇਤੇ ਕਰਾਂਗੀ, ਮੈਂ ਤੈਨੂੰ ਚੇਤੇ ਕਰਾਂਗੀ, ਮੇਰੀ ਦੇਹ। ਤੁਸੀਂ ਅੰਦਾਜ਼ਾ ਲਾਓ ਕਿ कैसे कैसे एहसास हंडाउंदियां ये कवितावां होणगियां, ये लेखक होणगे। और नोबल पुरस्कार मिलने वाले उन्होंने गल की कि एक इंटरव्यू आ जी द टाइम्स दे विच इंटरव्यू तो उन्होंने अनुवाद की थी। इस मैगजीन की खूबसूरती ये है कि तुसी जे इन्हां दा सारा लिटरेचर पढ़ना चाहते हो तो उन्होंने ब्लॉग के उत्ते तुसी उन्होंने पिछे कोड बारकोड देते कि तुसी स्कैन करो, ਜਿਹੜੇ ਰਾਈਟਰ ਨੂੰ ਪੜ੍ਹਨਾ ਚਾਹੁੰਦੇ ਹੋ ਤੁਹਾਡਾ ਉਹਦਾ ਸਾਰਾ ਖੁੱਲ੍ਹ ਜਾਏਗਾ ਜੋ ਵੀ ਇੰਟਰਨੈਟ ਆਨਲਾਈਨ ਦੇ ਉੱਤੇ ਹੋਏਗਾ। ਇਹਨਾਂ ਨੇ ਆਪਣਾ ਬਾਰਕੋਡ ਵੀ ਦਿੱਤਾ ਹੋਇਆ, ਇਹਨਾਂ ਦਾ ਆਨਲਾਈਨ ਤੇ ਬਹੁਤ ਜ਼ਿਆਦਾ ਕੰਮ ਕੀਤਾ ਹੋਇਆ ਆ ਸ਼ਿਵਦੀਪ ਔਰ ਤਨਵੀਰ ਹੋਰਾਂ ਨੇ। ਤੁਸੀਂ ਉਹ ਵੀ ਖੋਲ੍ਹ ਕੇ ਪੜ੍ਹ ਸਕਦੇ। ਇਸ ਕਿਤਾਬ ਤੋਂ 10 ਗੁਣਾ ਜ਼ਿਆਦਾ ਤੁਹਾਨੂੰ ਜਾਣਕਾਰੀਆਂ ਜਿਹੜੀਆਂ ਉਹ ਮਿਲ ਜਾਣਗੀਆਂ। ਉਹਨਾਂ ਦਾ ਨੋਬਲ ਪੁਰਸਕਾਰ ਮਿਲਣ ਬਾਰੇ ਕਿ ਮੈਨੂੰ ਸਵੇਰੇ 6:45 ਵਜੇ ਫੋਨ ਆਇਆ ਸੀ, ਮੈਂ ਹਾਲੇ ਜਾਗੀ ਹੀ ਸੀ। ਮੈਨੂੰ ਇੱਕ ਆਦਮੀ ਦਾ ਫੋਨ ਆਇਆ ਜੋ ਸਵੀਡਿਸ਼ ਅਕਾਦਮੀ ਦਾ ਅਧਿਕਾਰੀ ਸੀ। ਉਸਨੇ ਮੈਨੂੰ ਕਿਹਾ ਕਿ ਮੈਨੂੰ ਨੋਬਲ ਪੁਰਸਕਾਰ ਮਿਲਿਆ ਹੈ। ਮੈਨੂੰ ਠੀਕ ਤਰ੍ਹਾਂ ਯਾਦ ਨਹੀਂ ਕਿ ਕੀ ਜਵਾਬ ਦਿੱਤਾ। ਮੈਨੂੰ ਲੱਗਦਾ ਮੈਂ ਤਿਆਰ ਨਹੀਂ ਸੀ। ਮੈਂ ਬਿਲਕੁਲ ਹੈਰਾਨ ਸੀ ਕਿ ਉਹਨਾਂ ਨੇ ਇੱਕ ਅਮਰੀਕੀ ਗੀਤ ਕਵੀ ਨੂੰ ਚੁਣਿਆ। ਮੈਨੂੰ ਕੁਝ ਵੀ ਸਮਝ ਨਹੀਂ ਸੀ ਆ ਰਿਹਾ। ਬਾਹਰ ਪੱਤਰਕਾਰਾਂ ਦੀ ਲਾਈਨ ਲੱਗੀ ਹੋਈ ਸੀ। ਲੋਕ ਮੈਨੂੰ ਕਹਿ ਰਹੇ ਸੀ ਮੈਂ ਬਹੁਤ ਨਿਮਰ ਹਾਂ, ਪਰ ਮੈਂ ਸੋਚ ਰਹੀ ਸੀ ਕਿ ਮੈਂ ਇੱਕ ਐਸੇ ਦੇਸ਼ ਤੋਂ ਹਾਂ ਜਿਸ ਦੇ ਬਾਰੇ ਹੁਣ ਬਹੁਤ ਚਾਅ ਨਾਲ ਗੱਲ ਨਹੀਂ ਕੀਤੀ ਜਾਂਦੀ। ਦੇਖੋ ਕਿੱਥੇ ਖੜੇ ਨੇ। ਇਸ ਗੱਲ ਦਾ ਅੰਦਾਜ਼ਾ ਮੈਨੂੰ ਬਹੁਤ ਘੱਟ ਸੀ ਕਿ ਜੀਵਨ ਦੇ ਇਸ ਪੜਾਅ ਉੱਪਰ ਆ ਕੇ ਮੈਨੂੰ ਕਿਸੇ ਵਿਸ਼ੇਸ਼ ਘਟਨਾ ਦਾ ਸਾਹਮਣਾ ਕਰਨਾ ਪਏਗਾ। ਔਰ ਜਿਹੜਾ ਉਹਨਾਂ ਨੇ ਉੱਥੇ ਲੈਕਚਰ ਦਿੱਤਾ ਉਹਦੇ ਵਿੱਚੋਂ 4 ਲਾਈਨਾਂ ਮੈਂ ਯਕੀਨ ਕਰਦੀ ਹਾਂ ਮੈਨੂੰ ਇਨਾਮ ਲਈ ਚੁਣ ਕੇ ਸਵੀਡਿਸ਼ ਅਕਾਦਮੀ ਨੇ ਦਰਸਾਇਆ ਹੈ ਕਿ ਉਹ ਇੱਕ ਅਤ ਨਿੱਜੀ ਆਵਾਜ਼ ਨੂੰ ਸਨਮਾਨ ਲਈ ਚੁਣ ਰਹੀ। ਇਹ ਆਵਾਜ਼ ਇਸ ਤਰ੍ਹਾਂ ਦੇ ਜਨਤਕ ਸਮਾਰੋਹ ਦੇ ਵਿੱਚ ਵੱਧ ਸਕਦੀ ਹੈ, ਵਿਸਥਾਰਿਤ ਕੀਤੀ ਜਾ ਸਕਦੀ ਹੈ, ਪਰ ਇਹ ਬਦਲ ਨਹੀਂ ਸਕਦੀ। ਐਸੇ ਜਿਹੜੇ ਪੋਏਟ, ਐਸੇ ਲੋਕ, ਐਸੇ ਉੱਚੀਆਂ ਸ਼ਖਸੀਅਤਾਂ, ਮੈਂ ਹੋਰ ਬਹੁਤ ਕੁਝ ਉਹਨਾਂ ਦਾ ਪੜ੍ਹ ਰਿਹਾ ਸੀਗਾ। ਫਰਨਾਂਡੋ ਪੇਸੋਆ ਹੋਰਾਂ ਦਾ ਨਾ ਆਟੋਸਾਈਕੋਗ੍ਰਾਫੀ ਕਵਿਤਾ ਹੈ, 1931 ਦੀ ਲਿਖੀ ਹੈ। ਦਿਖਾਵਾ ਕਰਦੇ ਨੇ ਸਾਰੇ ਕਵੀ। ਇੰਨਾ ਅਸਲ ਹੁੰਦਾ ਹੈ ਉਹਨਾਂ ਦਾ ਦਿਖਾਵਾ ਕਿ ਉਹ ਉਸ ਦਰਦ ਦਾ ਵੀ ਵਿਖਾਵਾ ਕਰ ਲੈਂਦੇ ਨੇ ਜੋ ਉਹਨਾਂ ਨੂੰ ਅਸਲ 'ਚ ਮਹਿਸੂਸ ਹੋ ਰਿਹਾ ਹੁੰਦਾ ਹੈ। ਅਤੇ ਉਹ ਜੋ ਉਹਨਾਂ ਦਾ ਲਿਖਿਆ ਪੜ੍ਹਦੇ ਨੇ, ਪੜ੍ਹਦੇ ਹੋਏ ਮਹਿਸੂਸ ਕਰਦੇ ਨੇ। ਉਸ ਦਾ ਉਹ ਦਰਦ ਨਹੀਂ ਜੋ ਦੁੱਗਣਾ ਹੁੰਦਾ ਹੈ, ਬਲਕਿ ਉਹਨਾਂ ਦਾ ਆਪਣਾ ਜੋ ਪੂਰੀ ਤਰ੍ਹਾਂ ਕਾਲਪਨਿਕ। ਸੋ ਇਹਨਾਂ ਪਟੜੀਆਂ 'ਤੇ ਲਗਾਤਾਰ ਚੱਕਰ ਕੱਟਦੀ ਦਿਮਾਗ ਦੇ ਮਨੋਰੰਜਨ ਲਈ ਚਾਬੀ ਵਾਲੀ ਉਹ ਨੰਨੀ ਰੇਲ ਗੱਡੀ ਚੱਲਦੀ ਜਾਂਦੀ ਹੈ ਜਿਸ ਨੂੰ ਅਸੀਂ ਆਦਮੀ ਦਾ ਦਿਲ ਆਖਦੇ ਹਾਂ। ਐਸੇ ਮੈਂ ਹਾਂ ਹੀ ਨਹੀਂ ਉਹਨਾਂ ਦਾ ਟਾਈਟਲ ਫਰਨਾਂਡਿਸ। ਆਜੜੀ ਵਰਗੀਆਂ ਕਵਿਤਾਵਾਂ ਕੈਸੀ ਗੱਲਬਾਤ ਨਾਲ ਉਹਨਾਂ ਦੇ ਸਕੈਚ, ਪੇਂਟਿੰਗਸ, ਡਰਾਇੰਗ ਉਹਨਾਂ ਦੀਆਂ ਖਿੱਚੀਆਂ ਹੋਈਆਂ, ਉਹਨਾਂ ਦਾ ਕੈਰੀਕੈਚਰ ਜਿਹੜਾ ਹੈ ਤੁਹਾਨੂੰ ਪੂਰੇ ਦਰਸ਼ਨ ਕਰਵਾ ਦਿੰਦੇ ਨੇ। ਉਸ ਜਿਸ ਵੀ ਬਾਰੇ ਉਹ ਗੱਲ ਕਰਦੇ ਨੇ, ਆਪਣੀ ਮਾਂ ਨੂੰ ਖਤ ਲਿਖਦੇ ਨੇ। ਮਾਰੀਓ ਡੀ ਸਾ ਕਾਰਨੇਰੋ ਨੂੰ ਪੱਤਰ ਉਹਨਾਂ ਦੇ ਪੱਤਰ ਛਾਪੇ ਹੋਏ ਨੇ ਇਹਨਾਂ ਨੇ। ਮੈਂ ਇੱਕ ਪੱਤਰ 'ਚੋਂ ਵੈਸੇ ਹੀ ਇੱਕ ਪੈਰਾ ਤੁਹਾਡੇ ਨਾਲ ਮੈਂ ਸਾਂਝਾ ਕਰ ਲੈਣਾ। ਮਾਰੀਓ ਡੀ
सा कार्नेरो ਨੂੰ ਲਿਖਿਆ ਪੱਤਰ ਹੈ। मैं अज अपनी भावुक जरूरत विचों लिख रहा हाँ। मैं तेरे नाल गल करन दी दुखदाई लालसा नाल नक्को नक भरिया पिया हाँ। दूसरे शब्दों में मेरे कोल कहण लई कुछ खास नहीं है सिवाय इस दे कि मैं अज तनाव दे बिना थले वाले खूह दे तले ते इस फिक्रे दी अबसर्डिटी ही मेरे लिए बोल रही है। अज उस तरह का दिन है जिस विच मेरा कोई भी भविख नहीं हुंदा, सिर्फ वर्तमान हुंदा है। तनाव दीआं कंधां च घिरिया नदी का उपरला किनारा उधरला किनारा है। ये इधर नहीं हुंदा, ये मेरे दुख की जड़ है। बहुत सारियां किश्तियां बहुत सारे किनारियां वाल जांदियां हन, पर कोई भी किश्ती ना तो जिंदगी के दुख खत्म करने लई आउंदी है, ना किसी ऐसी किनारे वाल लैके वधदी है जिथे पहुँच के सब कुछ भुलाया जा सके। ये सब बहुत पहला हो चुका है, पर मेरा दुख इस तो भी पुराना है। होर बड़ियां भावुक एक होर मैं हैरान रह गया कि ये मित्र जिहड़े ने मेरे दोस्त ने, परंतु विजन दे विच जां साहित्य नूं पढ़न दे विच साहित्य बारे चोण करन दे विच एक मैगजीन मैं मैगजीन का एडिटर हाँ, लकीर का एडिटर हाँ, परंतु जो विजन इन्हां दा देखते ने जिस तरीके दे नाल इन्हां ने देखिया तां मैं हैरान हो गया कि जे प्रोफैसर पूरन सिंह है तो प्रोफैसर पूरन सिंह नूं असीं ना वो एक सिख साइकी दे नाल जोड़ के जां पंजाब वसदा गुरां दे नां ते पंजाब खुले खेड मैदान, परंतु असी उन्हां दे अंतर च पए होए एडे वड्डे साइंटिस्ट एडे वड्डा विजनरी बंदा या पोएट्री दे विच भी ऐसियां ऐसियां कवितावां उन्होंने लिखियां ने, तां जे 7 कवि पूरे विश्व दे चुनने ने तां शिवदीप होरी तनवीर होरी प्रोफैसर पूरन सिंह नूं पंजाबी दे विचों चुनदे ने और वो कित्थे खड़े ने। मैं हैरान रह गया। सूफी पोएट लालेश्वरी जो कश्मीर की सूफी पोएट हुई है और जिहदा नाम है जिवें साडे कोल पीरो प्रेमण है, पीरो शायरी है साडे कोल बाबा गुलाब दास जी की शिष्या और बरोबर रह के हरफियाँ लिखते ने और जे पीरो सवाल करती है तो बाबा गुलाब दास जी जवाब देंदे ने, जे गुलाब दास सवाल करते हैं तो पीरो बरोबर दे फिलोसफिकल जवाब दिंदी है। साडे को ये ट्रेडिशन ने, साडे को बाबा वजीर है नौरंग देवी है, दोवां दियां सांझियां सी हरफियां ने साडे कोल। असीं उस अकीदत दे सहतकार हाँ असीं, और साडे कोल जे फिर कश्मीर दे विच सूफी पीरो है तो वो बीबी लालेश्वरी देवी है सूफी पोएट। और साडा बाबा पूरन उन्हां बारे एक नज़म लिखदा है। तुसीं उन्हां दी जिहड़ी भावना है उन्हां दी पोएट्री प्रति जो गल करन दा अंदाज़ है, एक तुहानूं 2 कवितावां मैं उन्हां दीयां सुणावांगा, तुहानूं पूरन सिंह नवें पूरन सिंह दे दर्शन हो जाणगे इस मैगजीन दे विचों। एक औरत डल झील किनारे पागल हो गई है, ये टाइटल है कविता का। उसका शिकारा झील ते मनुखी मन वांग घुमदा, आहा हा क्या लाइन। उसका शिकारा झील ते मनुखी मन वांग घुमदा, नंगी लकड़ दा तख्ता जिवें बुढ़ी ईब दा सुक्या ढांचा। पर वो कहती है कि यह संपूर्ण ब्रह्मंड है। उसदे कोल अपने अलग चंद सूरज तारे आसमान हैं। शिकारे नूं अपने गहणियां नाल शिंगार दी। उसदे शरीर ते कोई कपड़ा नहीं, पर वो कहती है उसदे कोल उन्ने कपड़े हैं जिन्नियां कश्मीर विच झीलां अते हरे घाह दे मैदान हैं। पोइट कित्थे तक उतर गया है। ਉਹਦੇ शरीर ते कोई कपड़ा नहीं, पर वो कहती है उसदे कोल उन्ने कपड़े हैं जिन्नियां कश्मीर विच झीलां ते हरे घाह दे मैदान हैं, जिन्नी घर दी उन नीली तार उपर पई है सूरज हेठां सुकण वास्ते। कुछ समय लिए वो चिनार दे हरे पत्ते पहनदी अते पूरी बसंत
ਚਾਪਰ ਦੇ ਪੱਤਿਆਂ ਦਾ ਘੂੰਘਟ ਓੜੇ ਰੱਖਦੀ, ਉਸ ਦੀ ਮਹਿਮਾ ਕਮਾਲ ਹੈ। ਕੁਝ ਸਮੇਂ ਲਈ ਉਹ ਚਨਾਰ ਦੇ ਹਰੇ ਪੱਤੇ ਪਹਿਨਦੀ ਅਤੇ ਪੂਰੀ ਬਸੰਤ ਚਾਪਰ ਦੇ ਪੱਤਿਆਂ ਦਾ ਘੂੰਘਟ ਓੜੇ ਰੱਖਦੀ, ਉਸ ਦੀ ਮਹਿਮਾ ਕਮਾਲ ਹੈ। ਜੰਗਲੀ ਔਰਤ ਉਹ ਕਹਿੰਦੀ ਹੈ ਕਿ ਉਹ ਵਿਆਹੀ ਹੋਈ ਹੈ, ਪਰ ਉਸਦੇ ਪਤੀ ਨੂੰ ਹਾਲੇ ਤੱਕ ਕਿਸੇ ਨੇ ਨਹੀਂ ਦੇਖਿਆ। ਉਹ ਕਹਿੰਦੀ ਹੈ ਕਿ ਉਹ ਵਿਆਹੀ ਹੋਈ ਹੈ, ਪਰ ਉਸਦੇ ਪਤੀ ਨੂੰ ਹਾਲੇ ਤੱਕ ਕਿਸੇ ਨੇ ਨਹੀਂ ਦੇਖਿਆ। ਉਹ ਹਮੇਸ਼ਾ ਇਕੱਲੀ ਆਪਣੀ ਕਿਸ਼ਤੀ ਚਲਾਉਂਦੀ ਹੈ, ਪਰ ਕਹਿੰਦੀ ਰਹਿੰਦੀ ਹੈ ਕਿ ਉਸਦਾ ਪਤੀ ਉਸ ਦੀਆਂ ਬਾਹਾਂ 'ਚ ਹੈ। ਉਹ ਹਮੇਸ਼ਾ ਇਕੱਲੀ ਆਪਣੀ ਕਿਸ਼ਤੀ ਚਲਾਉਂਦੀ ਹੈ, ਪਰ ਕਹਿੰਦੀ ਰਹਿੰਦੀ ਹੈ ਕਿ ਉਸਦਾ ਪਤੀ ਉਸ ਦੀਆਂ ਬਾਹਾਂ 'ਚ ਹੈ। ਲੋਕ ਕਹਿੰਦੇ ਹਨ ਕਿ ਅੱਧੀ ਰਾਤ ਨੂੰ ਉਹ ਚੰਨ ਵਾਂਗ ਲੱਟ ਲੱਟ ਕਰ ਉੱਠਦੀ ਹੈ। ਲੋਕ ਕਹਿੰਦੇ ਹਨ ਕਿ ਅੱਧੀ ਰਾਤ ਨੂੰ ਉਹ ਚੰਨ ਵਾਂਗ ਲੱਟ ਲੱਟ ਕਰ ਉੱਠਦੀ ਹੈ ਤੇ ਉਸੇ ਚਿਹਰੇ ਤੇ ਬਲ ਰਹੇ ਪ੍ਰਕਾਸ਼ ਨਾਲ ਪੂਰੀ ਝੀਲ 'ਚ ਉਸ ਪ੍ਰਕਾਸ਼ ਦਾ ਹੜ੍ਹ ਆ ਜਾਂਦਾ ਹੈ। ਇੱਕ ਔਰਤ ਡਲ ਝੀਲ ਕਿਨਾਰੇ ਪਾਗਲ ਹੋ ਗਈ ਹੈ। ਤੁਸੀਂ ਕਮਾਲ ਦਾ ਬਾਬਾ ਤੁਹਾਡੇ ਸਾਹਮਣੇ ਖੁੱਲ ਜਾਂਦਾ ਹੈ। ਕਵਿਤਾ ਦੇਖੋ ਪੂਰਨ ਸਿੰਘ ਹੋਰਾਂ ਦੀ, ਗੁਪਤ ਬਾਗ। ਮੇਰੀ ਜਵਾਨੀ ਗੁਪਤ ਬਾਗ ਸੀ, ਜਿਸ ਦੇ ਆਲੇ ਦੁਆਲੇ ਮੈਂ ਪੱਥਰਾਂ ਦੀ ਕੰਧ ਬਗਲੀ। ਦਰਵਾਜ਼ੇ ਬੰਦ ਕਰ ਲਏ, ਪੂਰਬ, ਪੱਛਮ, ਉੱਤਰ, ਦੱਖਣ ਦੇ ਗੇਟ ਨੂੰ ਤਾਲੇ ਮਾਰ ਦਿੱਤੇ। ਹੁਣ ਇਹ ਦਰਵਾਜ਼ੇ ਮੈਂ ਕਿਸੇ ਲਈ ਨਹੀਂ ਖੋਲਾਂਗਾ। ਦੇਰ ਰਾਤ ਮੈਂ ਕੱਲਾ ਕੱਲਾ ਬਾਗ 'ਚ ਘੁੰਮਣ ਜਾਂਦਾ ਹਾਂ। ਦੇਖਦਾ ਹਾਂ ਆਪਣਾ ਬਾਗ ਜਵਾਨੀ ਗਹਿਣੇ ਵਾਂਗ ਚਮਕਦਾ। ਚੰਨ ਨੀਲ ਅਸਮਾਨ ਵਿੱਚੋਂ ਇੱਕ ਆਦਮੀ ਸੁਪਨੇ ਵਾਂਗ ਰੌਸ਼ਨੀ ਦੀ ਲਹਿਰ ਉੱਪਰ ਤਰਦਾ ਆਉਂਦਾ ਤੇ ਮੇਰੇ ਬਾਗ ਨੂੰ ਰੁਸ਼ਨਾ ਦਿੰਦਾ, ਜਿਵੇਂ ਅੱਧ ਖੁੱਲੇ ਖੰਭਾਂ ਵਿੱਚ ਨਰਮ ਸਵੇਰ ਆਉਂਦੀ ਹੈ। ਮੈਂ ਉਸ ਨੂੰ ਕੋਈ ਆਵਾਜ਼ ਨਹੀਂ ਦੇ ਸਕਿਆ, ਕਿਸੇ ਸ਼ਬਦ ਨਾਲ ਉਸ ਦਾ ਸਵਾਗਤ ਨਹੀਂ ਕਰ ਸਕਿਆ। ਮੈਂ ਉਸ ਵਰਗਾ ਕੋਈ ਹੋਰ ਦੇਖਿਆ ਹੀ ਨਹੀਂ ਸੀ। ਮੈਂ ਨਹੀਂ ਜਾਣਦਾ ਕਿ ਉਹ ਈਸ਼ਵਰ ਸੀ ਜਾਂ ਆਦਮੀ, ਪਰ ਉਹ ਦੂਸਰਿਆਂ ਵਰਗਾ ਨਹੀਂ ਸੀ। ਉਸ ਦੇ ਕੋਲ ਕੋਈ ਦੈਵੀ ਰੂਪ ਸੀ। ਉਸ ਦੀ ਇੱਕ ਮੁਸਕਰਾਹਟ ਨਾਲ ਮੇਰਾ ਬਾਗ ਜਵਾਨੀ ਧਧਕਦੀ ਹੋਈ ਬਹਾਰ ਵਾਂਗ ਫਟ ਪਿਆ। ਮੈਂ ਉਸ ਨੂੰ ਕੁਝ ਨਹੀਂ ਕਹਿ ਸਕਿਆ। ਮੈਂ ਬਿਲਕੁਲ ਨਹੀਂ ਜਾਣਦਾ ਉਹ ਕੌਣ ਸੀ। ਨਾ ਮੈਂ ਉਸ ਦੇ ਵਰਗਾ ਕੋਈ ਦੇਖਿਆ ਸੀ, ਨਾ ਹੀ ਉਸ ਦੇ ਵਰਗੇ ਕਿਸੇ ਨੂੰ ਮਿਲਿਆ ਸਾਂ। ਤੁਸੀਂ ਮੂਲੋਂ ਹੀ ਇੱਕ ਨਵੇਂ ਪੂਰਨ ਸਿੰਘ ਦੇ ਦੀਦਾਰੇ ਕਰ ਲੈਂਦੇ ਹੋ। ਇੱਕ ਹੋਰ ਪੋਇਟ ਇਮਾਨ ਮਰਸਲ, ਕਵੀ ਜਿੱਥੋਂ ਦੇਖਦਾ ਹੈ ਦਰਅਸਲ ਉੱਥੇ ਹੀ ਰਹਿੰਦਾ ਹੈ। ਉਹ ਲਿਖਦੇ ਨੇ, ਆਪਣੇ ਟਿਕਣ ਦੀ ਜਗ੍ਹਾ ਜਾਂ ਪੋਜੀਸ਼ਨ ਕਿਸੇ ਵੀ ਕਵੀ ਦੀ ਲੇਖਣੀ ਵਿੱਚ ਅਹਿਮ ਰੋਲ ਨਿਭਾਉਂਦਾ ਹੈ। ਫਰਜ਼ ਕਰੋ ਕਿ ਅਸੀਂ 5 ਕਵੀਆਂ ਨੂੰ ਗੁਲਾਬ ਜਾਂ ਲਾਸ਼ ਦਿੰਦੇ ਹਾਂ ਅਤੇ ਉਹਨਾਂ ਨੂੰ ਲਿਖਣ ਲਈ ਕਹਿੰਦੇ ਹਾਂ। ਜਿਸ ਪੋਜੀਸ਼ਨ ਨਾਲ ਉਹ ਉਹਨਾਂ ਉੱਪਰ ਲਿਖਣਗੇ, ਇਹੀ ਉਹਨਾਂ ਨੂੰ ਇੱਕ ਦੂਸਰੇ ਤੋਂ ਅਲੱਗ ਕਰੇਗਾ। ਕੁਝ ਲੋਕ ਇਸ ਨੂੰ ਇੱਕ ਲੇਖਕ ਦਾ ਆਪਣੀ ਆਵਾਜ਼ ਪਾ ਲੈਣਾ ਮੰਨਦੇ ਹਨ। ਆਪਣੀ ਪੋਜੀਸ਼ਨ ਪਾ ਲੈਣ ਲਈ ਬਹੁਤ ਸਮਾਂ ਲੱਗਦਾ ਹੈ ਅਤੇ ਮੇਰਾ ਮੰਨਣਾ ਹੈ ਇਹੀ ਕਵੀ ਦੀ ਮੁੱਢਲੀ ਚੁਣੌਤੀ ਹੈ। ਇੱਕ ਵਾਰ ਜਦੋਂ ਤੁਸੀਂ ਆਪਣੀ ਪੋਜੀਸ਼ਨ ਪਾ ਲਈ, ਫਿਰ ਸਾਰੀਆਂ ਪਰਤਾਂ ਆਪਣੇ ਆਪ ਖੁੱਲ੍ਹਣ ਲੱਗਦੀਆਂ ਹਨ। ਹਾਲਾਂਕਿ ਇਹ ਵੱਖਰੀ ਗੱਲ ਹੈ ਕਿ ਫਿਰ ਹੋਰ ਚੁਣੌਤੀਆਂ ਸ਼ੁਰੂ ਹੋ ਜਾਂਦੀਆਂ ਹਨ। ਕਵਿਤਾ ਸੁਣੋ। ਮਾਂ ਨੂੰ ਦਫਨਾਉਣ ਤੋਂ ਬਾਅਦ ਵੱਡੇ ਬੂਟਾਂ ਦੀ ਭੀੜ ਨਾਲ ਮੈਂ ਵਾਪਸ ਮੁੜ ਰਹੀ ਸੀ, ਉਸ ਨੂੰ ਐਸੀ ਅਣਜਾਣੀ ਜਗ੍ਹਾ ਤੇ ਛੱਡ ਕੇ ਜਿੱਥੇ ਹੁਣ ਉਹ ਮੁਰਗੀਆਂ ਪਾਲੇਗੀ। ਹੁਣ ਮੇਰੀ ਜ਼ਿੰਮੇਵਾਰੀ ਸੀ ਆਪਣੇ ਘਰ ਨੂੰ ਗੁਆਂਢੀਆਂ ਦੀ ਜਸੂਸੀ ਤੋਂ ਬਚਾਉਣਾ, ਤੇ ਮੇਰੀ ਆਦਤ ਬਣ ਗਈ ਦੇਹਲੀ ਉੱਪਰ ਬੈਠ ਰੇਡੀਓ ਲੜੀਵਾਰ ਵਿੱਚ ਉਸ ਅਦਾਕਾਰਾ ਨੂੰ ਉਡੀਕੀ ਜਾਣਾ ਜਿਸ ਨਾਲ ਸਾਰੇ ਬੁਰਾ ਵਰਤਾਓ ਕਰਦੇ ਸਨ। ਜਿਸ ਦਿਨ ਮੇਰੀ ਦੋਸਤ ਨੂੰ ਕਿਸੇ ਦੂਸਰੇ ਮਹਾਦੀਪ ਜਾਣ ਲਈ ਵੀਜ਼ਾ ਮਿਲ ਗਿਆ ਤਾਂ ਜਾਣ ਲੱਗਿਆਂ ਉਹ ਆਪਣੀਆਂ ਸਿਗਰਟਾਂ ਛੱਡਣਾ ਭੁੱਲ ਗਈ। ਮੈਂ ਆਦਤਨ ਮੇਜ਼ ਉੱਪਰ ਛੱਡ ਜਾਂਦੀ ਸੀ। ਉਸ ਦਿਨ ਮੈਂ ਜਾਣਿਆ
सिगरेट पीना बेहद ज़रूरी चीज़ है। जल्दी ही मेरे को अपना निजी दराज आ गया ਅਤੇ एक रहस्यमयी आदमी भी, जो मेरी दोस्त का ही पिछला प्रेमी सी, उसामा, जिसकी किडनी इसलिए खराब हो गई क्योंकि वो मिठा बने रहने ਲਈ अपनी सारी कड़तन अंदर दबा लेंदा सी। उसामा, जिसकी किडनी इसलिए खराब हो गई क्योंकि वो मिठा बने रहने ਲਈ अपनी सारी कड़तन अंदर दबा लेंदा सी। उस दे ਲਈ ਜਦੋਂ डॉक्टर अजिही किडनी ਲੱਭਣ ਲਈ नाकाम हो गए जिस ਨੂੰ उसका शरीर ना नकारे, तद अपने होने का सबूत देने ਲਈ शायद उस दे वांग अंगूठा खड़ा करन लग पवां। मैनूं लगदा है कि मैं मुर्दियां दी वारस हाँ। एक दिन जदों सारे लोग मर जाणगे जिन्हां नूं मैं प्यार करदी हाँ, तां बिना किसी दुख तो इकल्ली कैफे विच बैठांगी। मेरी देह विशाल बुनी हुई टोकरी है जिस च सारे लोग अपने होने का निशान छड्ड जांदे हैं। इन्ने संवेदन, इन्ने बारीक, इन्ने खुबे हुए, इन्ने 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 सरोकारां वाले लोग जिहड़े ने रुस्तम कहते ने मनुख ने शायद ही कदे ये समझिया होए कि बनाउण दा अर्थ तोड़ना भी है, खड़ा करन दा अर्थ उठाउणा, तहस नहस करना भी है। सभ्यतावां अते संस्कृतियां पृथ्वी की कीमत ते बनाईयां गईयां हन, गैर मनुख जीवां की कीमत ते बनाईयां गईयां हन, पहाड़ां जंगलां नदियां की कीमत ते बनाईयां गईयां हन अते हुण समुंदर की कीमत उपर बनाईयां जा रहीआं हन। कंसर्न देखो लोकां दे की ने कंसर्न रुस्तम होरां दे और की ने कंसर्न शिवदीप होरां दे। रुस्तम की कविता, मैं तुरदा हाँ तां गली धसदी जांदी है, इंज लगदा है मैं किसी तहखाने च उतर रहा हाँ। इमारतां हिलदियां ने, लड़ खड़ाउंदियां ने, बसां कारां मेरी तरफ लपकदियां ने, हर चेहरा मेरे ते हसदा है एक राक्षसी हासा। दूर तो मैं किसी वाकफ नूं तकदा हाँ, नेड़े आउण ते वो एक अजनबी च बदल जाता है। किन्ने लोग इत्थे बिना पैर दे चलदे ने अते बिना जबान दे बोलदे ने। एक ऐसी बोली जिहड़ी मैं कदे नहीं सुनी। सड़कां ते, बाज़ारां च, घरां ते मकानां चों हर वक्त किसी दे रोण दी आवाज़ आउंदी है। ये लोकां दे जिहड़े इन्हां दे कंसर्न ने, जिहड़े जिन्हां इंट्रोड्यूस करवाया है प्री पोएटिक ने, बड़े गहरे कंसर्न ने इन्हां दे। असी नवां पूरन सिंह जाणिया देखिया, कवितावां जिहड़ियां ने वो फरनांडो दियां सुनियां। उहदी एक आजड़ी कविता देखो कितनी खूबसूरत कविता है, फिर आपां दो चार गल्लां करके आग्या लवांगे। आजड़ी कविता का नाम है सूरजमुखी वांग साफ है मेरी नज़र। मैं अक्सर रस्ते ते चलदा, कदे सज्जे देखदा, कदे खब्बे, कदे कदे पिछे, ते जो कुछ मैं देखदा हर क्षण वो मैं पहला नहीं देखिया हुंदा। एक लोकां दा मैं बहुत काबिल हाँ जिहियां चीज़ां ते ध्यान देण लई। मैं जानदा वो असल आश्चर्य किवें महसूस किया जाए, जो महसूस करे पैदा होने ते नवजात बच्चा जो पैदा हो चुका है। मैनूं लगदा है जिवें मैं हर पल नवां जन्म लै रहा इस दुनिया के अनंत नवेंपण च। मैनूं विश्वास है कि दुनिया फुल वांग है, क्योंकि मैं इसनूं देखदा, इस बारे सोचदा नहीं। क्योंकि सोचना समझना नहीं हुंदा। दुनिया इसलिए नहीं बनाई गई कि असी इस बारे सोचिए। नज़र की बीमारी है सोचना। ये इसलिए बनाई गई सी कि इसनूं देखिए तो इस नाल तार बिठाइए। मेरा कोई दर्शन नहीं, मेरे को इंद्रियां ने। जे मैं प्रकृति की गल करदा हाँ तो इसलिए नहीं कि मैनूं पता है प्रकृति की है, लेकिन इसलिए कि मैं इसनूं प्यार करदा। तो इसलिए मैं इसनूं प्यार करदा क्योंकि प्रेमी कभी भी जानदा, कभी नहीं जानदा वो किसनूं प्यार करदा है।
क्यों करता है तो प्यार की हुंदा है। एक अमर निरछलता है प्यार करना, ते ना सोचना ही इकलौती निरछलता। आ जिहड़ी दो घर की सब तो उच्ची खिड़की चों मैं विदा करदा चिट्टे रुमाल नाल अपनियां कवितावां जो जा रही ने मानवता कोल। ते मैं ना खुश हाँ ना उदास, ये मेरियां कवितावां दी नीति है। वो मैं लिखियां ते वो मैं सब नूं दिखाउणा चाहुंदा, क्योंकि मैनूं होर कुछ आउंदा ही नहीं। जिवें फुੱਲ अपना रंग, नदी अपना वैण, ते रुख नहीं लुको सकदे अपने फल। क्या बात। उत्थे वो जा रही ने जिवें किसी बग्गी च बैठियां होण, ते मैं बिना चाहे दर्द महसूस कर रहा। दे दर्द वांग की पता कौन पढ़ूगा उन्हां नूं, की पता किहड़े हत्थां 'च पहुंचणगियां। वो फुੱਲ वो मेरियां अखां कारण होया कि मेरी किस्मत ने मैनूं तोड़िया। रुख ये मूँहां कारण होया कि मेरे फल तोड़े गए। नदी ये मेरे पानी की नीति सी कि वह मेरे च ना रहे। मैं हार जांदा हाँ ते लगभग खुश महसूस करदा, लगभग खुश, उवें ही जो उदास होण तो थक गया होवे। जाओ मेरे अंदरों रुख जाता है, वो बनिया रहिंदा है जिथे जिथे प्रकृति है। फुੱਲ कुमला जाता है, उसकी धूड़ बनी रहिंदी है सदा। नदी वहिंदी है, समुंदर च मिलती है, तो वो पानी च बनी रहिंदी है। ब्रह्मंड वांग मैं गुजरदा हाँ ते बनिया रहिंदा। प्री पोइटिक ने ऐसी पोइट्री के दर्शन करवाए, ऐसे चिंतन के दर्शन करवाए, ऐसे कुछ सवालों नूं, जिहड़े सवाल साडे मनां दे विच पैदा हुंदे ने समाज नूं लैके, आर्ट नूं लैके, कविता नूं लैके, जां होर फिलासफी नूं, दर्शन नूं लैके, ज्ञान शास्त्र नूं लैके, तां वो सारे बहुत सारे सवालों के जवाब प्री पोइटिक दे ये लेखक, ये अनुवाद, ये सुचज, ये इन्नी रूहदारी नाल छापी गई मैगजीन जिहड़ी है वो साडे कुआड़ खोल दिंदी है। सो अज क्योंकि असी विच ब्रेक ला के शुरू किया, तो मेरा ख्याल सी कि मैं ज़्यादा बौद्धिक गल्लां ना कर, क्योंकि इस मैगजीन ने मैनूं बहुत प्रभावित किया और मैं चाहुंदा सीगा कि ये मैगजीन जिहड़ा लोकां तक जाना चाहिदा आ। तुहानूं पहुँच वास्ते मैं शिवदीप का नंबर पढ़ देना है मोबाइल का, तुसीं पहुँच कर सकते जिथे जिथे भी पंजाबी मैगजीन जाते हैं। ये मैगजीन भी उत्थे जाता है, पर फिर भी मैं शिवदीप का नंबर पढ़ देना 9815326081। ये शिवदीप का नंबर है। एडिटर ने तनवीर उन्होंने नाल ने, अजमेर रोडे होरां दा सिर ते हत्थ है इन्हां दोस्तां दे। मैं इन्हां दोस्तां नूं बधाई दिंदा और पंजाबी पाठक नूं प्री पोइटिक पढ़न दी सिफारिश करदा। बहुत मेहरबानी।